ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਬਰ ਮੋਹ ਇਹ ਨਾਮ ਦੇ ਸਵਈਏ ਬਾਰੇ ਚੱਲ ਰਹੀ ਵਿਚਾਰ ਨੂੰ ਅੱਗੇ ਤੋਰਦੇ ਹਾਂ। ਛੰਦ ਨੰਬਰ 144 ਵਿੱਚ कवि लिखता है कि चंडी ने अपने हाथ विच कृपान फड़ी लैकर मैं आसी दारुन काम करे रण में अरसो अरनी है। सो इस सत्र विच 80 शब्द कृपान वास्ते चंडी वास्ते वरत्या गया है। चंडी दे हत्थ विच कृपान है, चंडी नाल संबंध रखता है क्योंकि उसने कृपान फड़ी है। हर शब्द जो वरत्या गया है ये शब्द जोड़ वो नहीं रखता जो 10 पातशाहियां दी जोत श्री गुरु ग्रंथ साहब विच वरती गई शैली है। एड़ा रारे नूं सिहारी इत्थे चाहीदा सी। छंद नंबर 145 युद्ध बयान चलता है। 146 147 148 नंबर छंदां विच युद्ध बयान जारी है। छंद नंबर 149 विच एक दैंत का सिर पग समेत डिगदा है। इस बारे कवि लिखता है, पाग समेत गिरियो सिर एक, पाग समेत गिरियो सिर एक को पाओ है कविता को धरियो है। इस तो पता लगता कि दैंत जिहड़े सन वो पगड़ी धारी भी सन, क्योंकि पगड़ी समेत एक दैंत दा सिर थले डिगया। छंद नंबर 150 ते 51 विच युद्ध बयान जारी है। छंद नंबर 152 विच रकत बीज खुद लड़न लई तैयार होता है। रकत बीज ऐसा दैंत है जिस दे डिगदे खून के कतरियां विचों होर रक्त बीज पैदा हो जाते हैं। 153 नंबर छंद विच चक्र अते बक्र दो शब्दों का वर्णन किया गया है। चक्र की है तो बकर की है। कवि लिखता है, शंख लिए कर चक्र आओ बक्र सुरासन पत्र बचित्र बनायो। हाथ विच चक्र ले लिया, हाथ विच बकर ले लिया। बकर तो है बो, BOW तीर कमान। सो कमान फड़ ली ते डिस्क ले ली। चक्र तो आवे डिस्क गोल चक्री जिहड़ी के शिवा चलाउंदी है अते दैंतां दे सिर ये वढ़दी है। ये डिस्क है। छंद नंबर 154 विच फिर युद्ध बयान है। छंद नंबर 155 विच रकत बीज मूर्छित होके जमीन ते डिगदा है। छंद नंबर 156 विच रकत बीज होश आउण ते फिर उठदा है। युद्ध बयान। छंद नंबर 157 विच भी युद्ध बयान है। छंद नंबर 158 विच रकत बीज तो डिगदे खून के कतरियां तो होर दैंत बनते गए अते शिवा उन्हां नूं मारदी गई।
ਛੰਦ ਨੰਬਰ 159 60 161 ਵਿੱਚ ਫਿਰ ਇਹ ਯੁੱਧ ਬਿਆਨ ਹੈ ਰਕਤ ਬੀਜ ਦਾ। ਛੰਦ ਨੰਬਰ 162 ਵਿੱਚ ਕਵੀ ਕਹਿੰਦਾ ਹੈ ਕਿ ਦੇਵੀ ਸ਼ਿਵਾ ਦੈਂਤਾਂ ਨੂੰ ਮਾਰਦੀ ਮਾਰਦੀ ਹੰਭ ਗਈ, ਤੇ ਨਾਲ ਇਹ ਵੀ ਕਹਿੰਦਾ ਹੈ ਕਿ ਰਕਤ ਬੀਜ ਦਾ ਹੌਸਲਾ ਬੁਲੰਦ ਹੈ। ਛੰਦ ਨੰਬਰ 164 ਵਿੱਚ ਫਿਰ ਯੁੱਧ ਬਿਆਨ ਹੈ। ਛੰਦ ਨੰਬਰ 165 ਵਿੱਚ ਚੰਡੀ ਨੇ ਇੱਕ ਹੋਰ ਨਵੀਂ ਸਕੀਮ ਕੱਢੀ, ਇੱਕ ਨਵੀਂ ਹੋਰ ਉਸਨੇ ਚਾਲ ਚੱਲੀ। ਚੰਡੀ ਨੇ, ਸ਼ਿਵਾ ਨੇ, ਦੁਰਗਾ ਨੇ, ਕਈ ਨਾਂ ਹਨ ਦੇਵੀ ਦੇ। ਉਸਨੇ ਆਪਣੇ ਮੱਥੇ 'ਚੋਂ ਅੱਗ ਦੀ ਇੱਕ ਲਾਟ ਕੱਢੀ। ਪਹਿਲਾਂ ਚੰਡੀ ਨੇ ਆਪਣਾ ਮੱਥਾ ਫੋੜ ਕੇ ਕਾਲੀ ਨੂੰ ਪ੍ਰਗਟ ਕੀਤਾ ਸੀ, ਤੇ ਕਾਲੀ ਇਸ ਦੀ ਪੁੱਤਰੀ ਬਣੀ ਸੀ। ਫਿਰ ਇਸਨੇ ਪ੍ਰਗਟ ਕਰਕੇ ਕਾਲੀ ਨੂੰ ਆਪਣੇ ਵਿੱਚ ਹੀ ਸਮਾ ਲਿਆ ਸੀ, ਤੇ ਕਾਲੀ ਦਾ ਰੂਪ ਚੰਡੀ ਨੇ ਧਾਰਨ ਕਰ ਲਿਆ ਸੀ। ਸੋ ਹੁਣ ਕਵੀ ਕਹਿੰਦਾ ਹੈ ਕਿ ਚੰਡੀ ਨੇ ਮੱਥੇ 'ਚੋਂ ਅੱਗ ਦੀ ਲਾਟ ਕੱਢੀ, ਤੇ ਅੱਗ ਦੀ ਲਾਟ ਕੱਢੀ ਤੇ ਕਾਲੀ ਪ੍ਰਗਟ ਕੀਤੀ। ਕਾਲੀ ਨੂੰ ਹੁਣ ਦੁਬਾਰਾ ਫਿਰ ਪ੍ਰਗਟ ਕੀਤਾ ਗਿਆ। ਛੰਦ ਨੰਬਰ 74 ਵਿੱਚ ਵੀ ਕਾਲੀ ਪ੍ਰਗਟ ਕੀਤੀ ਗਈ ਸੀ, ਜਿਸ ਨੂੰ ਚੰਡੀ ਨੇ ਬਾਅਦ ਵਿੱਚ ਆਪਣੇ ਵਿੱਚ ਹੀ ਸਮਾ ਲਿਆ ਸੀ। ਹੁਣ ਫਿਰ ਮੱਥੇ 'ਚੋਂ ਅੱਗ ਦੀ ਲਾਟ ਕੱਢੀ, ਜਿਸ ਤੋਂ ਕਾਲੀ ਫਿਰ ਪ੍ਰਗਟ ਹੋਈ। ਛੰਦ ਨੰਬਰ 166 ਕਾਲੀ ਦੀ ਵਡਿਆਈ ਕਵੀ ਕਰਦਾ ਹੈ। ਸੁਮੇਰ ਪਰਬਤ ਕੰਬਿਆ, ਕਾਲੀ ਦੇ ਪ੍ਰਗਟ ਹੋਣ ਨਾਲ ਸਵਰਗ ਭੈ ਭੀਤ ਹੋ ਗਿਆ। 14 ਲੋਕਾਂ ਵਿੱਚ ਦੁਹਾਈ ਫਿਰ ਗਈ। ਬ੍ਰਹਮਾ ਡਰ ਗਿਆ, ਸ਼ਿਵ ਜੀ ਦਾ ਧਿਆਨ ਟੁੱਟ ਗਿਆ ਸਮਾਧੀ ਵਿੱਚੋਂ। ਕਾਲ ਰੂਪ ਕਿਰਪਾਨ ਕਾਲੀ ਨੇ ਸੰਭਾਲੀ। ਕਾਲੀ ਦੇਵੀ ਨੇ ਕਿਲਕਾਰੀ ਮਾਰੀ, ਤੇ ਇਸ ਕਿਲਕਾਰੀ ਨਾਲ ਹੀ ਇਹ ਸਾਰਾ ਕੁਛ ਹੋਇਆ। ਸੁਮੇਰ ਪਰਬਤ ਵੀ ਕੰਬ ਗਿਆ, ਜਿੱਥੇ ਕਾਲੀ ਦਾ ਨਿਵਾਸ ਹੈ, ਦੁਰਗਾ ਦਾ, ਸ਼ਿਵਾ ਦਾ, ਸ਼ਿਵ ਜੀ ਦਾ। ਸੋ ਸ਼ਿਵਜੀ ਪਾਰਵਤੀ ਇਹਨਾਂ ਦਾ ਟਿਕਾਣਾ ਕੈਲਾਸ਼ਪੁਰੀ ਵਿੱਚ ਸੁਮੇਰ ਪਰਬਤ ਚੋਟੀ ਤੇ ਹੈ, ਤੇ ਸੁਮੇਰ ਪਰਬਤ ਵੀ ਕਾਲੀ ਦੇ ਪ੍ਰਗਟ ਹੋਣ ਨਾਲ, ਕਾਲੀ ਦੀ ਕਿਲਕਾਰੀ ਮਾਰਨ ਨਾਲ ਕੰਬ ਗਿਆ। ਹੋਰ ਕਿਉਂ ਤਬਦੀਲੀਆਂ ਹੋਈਆਂ? ਕਵੀ ਲਿਖਦਾ ਹੈ, ਧਿਆਨ ਰਹਿਓ ਨਾ ਜਟੀਸੁ। ਜਟਿਤ ਭਾਵ ਜਟਾਵਾਂ ਵਾਲਾ ਸ਼ਿਵ। ਸ਼ਿਵ ਜੀ ਦਾ ਧਿਆਨ ਵੀ ਆਪਣੀ ਸਮਾਧੀ ਵਿੱਚ ਨਾ ਰਿਹਾ। ਫਟੀ ਧਰ ਜੋ ਬਾਲਿਕੈ ਰਣ ਮੈਂ ਕਿਲਕਾਰੀ। ਛੰਦ 167 ਵਿੱਚ ਹੁਣ ਕਵੀ ਲਿਖਦਾ ਹੈ ਕਿ ਚੰਡੀ ਦੀ ਸਹਾਇਤਾ ਵਾਸਤੇ ਕਾਲੀ ਇਸ ਦੇ ਕੋਲ ਆ ਗਈ, ਤੇ ਦੋ ਰੂਪ ਬਣ ਗਏ, ਇੱਕ ਚੰਡੀ ਤੇ ਇੱਕ ਕਾਲੀ। ਵੱਖਰੇ ਵੱਖਰੇ ਸਰੀਰਾਂ ਵਿੱਚ ਇਹ ਦੋ ਰੂਪ ਹੋ ਗਏ। ਦੋਹਾਂ ਨੇ ਦੈਂਤਾਂ ਨੂੰ ਕਿਸ ਤਰ੍ਹਾਂ ਮਾਰਨਾ ਹੈ ਇਹ ਸਲਾਹ ਕੀਤੀ। ਫੈਸਲਾ ਕੀਤਾ ਕਿ ਕਾਲੀ ਖੂਨ ਪੀ ਜਾਏਗੀ, ਮਾਸ ਖਾਈ ਜਾਏਗੀ, ਤੇ ਚੰਡੀ ਜਾਂ ਸ਼ਿਵਾ ਦੈਂਤਾਂ ਨੂੰ ਮਾਰੀ ਜਾਏਗੀ। ਛੰਦ ਨੰਬਰ 168 ਵਿੱਚ ਯੁੱਧ ਮਚਿਆ। ਕਾਲੀ, ਜਿਸ ਦਾ ਦੂਜਾ ਨਾਂ ਕਾਲਕਾ ਹੈ, ਨੇ ਖੂਨ ਪੀਤਾ। ਕਵੀ ਨੇ ਕਾਲੀ ਨੂੰ ਕਾਲਕਾ ਵੀ ਲਿਖਿਆ ਹੈ, ਪਹਿਲਾਂ ਵੀ ਲਿਖਿਆ ਸੀ, ਹੇ ਪੁੱਤਰੀ ਤੂੰ ਕਾਲਕਾ। ਇੱਥੇ ਵੀ ਕਵੀ ਨੇ ਫਿਰ ਲਿਖਿਆ ਹੈ, ਕਾਲਕਾ ਸ਼ਰਾਉਣ ਪੀਓ ਤਿਨ ਕੋ ਕਵੀ ਨੇ ਮਨ ਮੈਂ ਲਿਓ ਭਾਓ ਭਵਾ ਪੈ। ਸੋ ਕਾਲਕਾ ਨੇ
ਖੂਨ ਪੀਣਾ ਸ਼ੁਰੂ ਕੀਤਾ ਦੈਂਤਾਂ ਦਾ। ਜਿਹੜਾ ਥੱਲੇ ਡਿੱਗਦਾ ਸੀ ਖੂਨ, ਜਿਸ ਤੋਂ ਹੋਰ ਦੇਵਤੇ, ਹੋਰ ਰਕਤ ਬੀਜ ਪੈਦਾ ਹੋਈ ਜਾਂਦੇ ਸਨ, ਉਹ ਖੂਨ ਹੁਣ ਪੀਣਾ ਸ਼ੁਰੂ ਕਰ ਦਿੱਤਾ। ਕਿੰਨੇ ਦੈਂਤਾਂ ਦਾ ਖੂਨ ਪੀਤਾ ਹੋਵੇਗਾ, ਕਿੱਥੇ ਇੰਨਾ ਖੂਨ ਗਿਆ, ਸੋ ਇਹ ਗੱਲਾਂ ਨਹੀਂ ਬਿਆਨ ਕੀਤੀਆਂ, ਪਰ ਕਾਲੀ ਨੇ ਖੂਨ ਪੀਣਾ ਸ਼ੁਰੂ ਕਰ ਦਿੱਤਾ। ਸ਼ਾਂਤੀ ਨੰਬਰ 169 ਵਿੱਚ ਕਵੀ ਨੇ ਕਾਲੀ ਨੂੰ ਫਿਰ ਕਾਲਕਾ ਦਾ ਨਾਮ ਦਿੱਤਾ ਹੈ। ਆਮਿਕ ਸ਼ਰਾਉਣ ਅਚਿਓ ਬਹੁ ਕਾਲਕਾ। ਆਮਿਖ ਮਾਸ ਤੇ ਖੂਨ ਸ਼ਰਾਉਣ, ਆਮਿਖ ਸ਼ਰਾਉਣ ਅਚਿਓ ਖਾਧਾ, ਬਹੁ ਕਾਲਕਾ ਤਾ ਸ਼ਾਬੀ ਮੈਂ ਕਵੀ ਇਉਂ ਮਨ ਚੀਨੇ। ਸ਼ਾਂਤੀ ਨੰਬਰ 170 ਵਿੱਚ ਫਿਰ ਜੰਗ ਦਾ ਬਿਆਨ ਹੈ। ਇੱਕ ਇੱਥੇ ਨਵੀਂ ਗੱਲ ਕਵੀ ਫਿਰ ਲਿਖਦਾ ਹੈ। ਕਵੀ ਨੇ ਕਿਹਾ, ਚਾਰੇ ਪਾਸਿਓਂ ਖੂਨ ਪੀਣ ਵਾਸਤੇ ਜੋਗਣੀਆਂ ਪ੍ਰਗਟ ਹੋ ਗਈਆਂ। ਜੋਗਣੀਆਂ, ਜੋਗਣੀਆਂ ਪੈਦਾ ਹੋਈਆਂ। ਕਾਹਦੇ ਵਾਸਤੇ? ਉਹਨਾਂ ਦੇ ਹੱਥਾਂ ਵਿੱਚ ਖੱਪਰ ਹਨ, ਖੂਨ ਪੀਣ ਵਾਸਤੇ। ਜੋ ਰਕਤ ਬੀਜ ਪੈਦਾ ਹੋ ਰਹੇ ਹਨ ਅਗਾਂਹ ਖੂਨ ਵਿੱਚੋਂ, ਉਹਨਾਂ ਦਾ ਖੂਨ ਪੀਣ ਵਾਸਤੇ ਜੋਗਣੀਆਂ ਦੇ ਕੋਲ ਖੱਪਰ ਹਨ, ਅਤੇ ਉਹ ਵੀ ਦੇਵੀ ਦੀ ਮਦਦ ਕਰਨ ਵਾਸਤੇ ਆ ਗਈਆਂ ਜੋਗਣੀਆਂ। ਸ਼ਾਂਤੀ ਨੰਬਰ 171 ਵਿੱਚ ਕਵੀ ਲਿਖਦਾ ਹੈ, ਰਕਤ ਬੀਜ ਧਰਤੀ 'ਤੇ ਡਿੱਗ ਪਿਆ ਅਤੇ ਉਸ ਦਾ ਸਿਰ ਜਿਹੜਾ ਸੀ ਉਹ ਫੁੱਟ ਗਿਆ। ਸ਼ਾਂਤੀ ਨੰਬਰ 172 ਵਿੱਚ ਚੰਡੀ ਤੇ ਕਾਲੀ ਨੇ ਰਲ ਕੇ ਰਕਤ ਬੀਜ ਨੂੰ ਮਾਰ ਦਿੱਤਾ। ਤੇ ਇਸ ਅਧਿਆਇ ਦੀ ਸਮਾਪਤੀ ਤੇ ਕਵੀ ਫਿਰ ਲਿਖਦਾ ਹੈ, ਇਤੀ ਤੋਂ ਭਾਵ ਹੈ ਸਮਾਪਤੀ। ਇਤੀ ਸ਼੍ਰੀ ਮਾਰਕੰਡੇ ਪੁਰਾਣੇ। ਕਵੀ ਕਹਿੰਦਾ ਹੈ ਮਾਰਕੰਡੇ ਪੁਰਾਣ ਦਾ ਇੱਕ ਅਧਿਆਇ ਸੀ, ਚੈਪਟਰ ਸੀ ਜਿਹੜਾ, ਉਹ ਅਸੀਂ ਇੱਥੇ ਸਮਾਪਤ ਕਰ ਦਿੱਤਾ ਆ। ਉਸ ਚੈਪਟਰ ਵਿੱਚ ਜੋ ਗੱਲਾਂ, ਜੋ ਘਟਨਾਵਾਂ ਵਰਣਨ ਕੀਤੀਆਂ ਸਨ ਮਾਰਕੰਡੇ ਪੁਰਾਣ ਵਿੱਚ, ਉਹਨਾਂ ਨੂੰ ਮੈਂ ਇੱਥੇ ਬਿਆਨ ਕਰ ਦਿੱਤਾ ਹੈ। ਇਤੀ ਸ਼੍ਰੀ ਮਾਰਕੰਡੇ ਪੁਰਾਣੇ ਸ਼੍ਰੀ ਚੰਡੀ ਚਰਿਤਰ ਉਕਤੀ ਬਿਲਾਸ ਰਕਤ ਬੀਚ ਬੱਧੇ ਨਾਮ ਪੰਚਮੋ ਅਧਿਆਇ। ਸੋ ਇਸ ਤਰ੍ਹਾਂ 5 ਅਧਿਆਇ ਹੋ ਚੁੱਕੇ ਹਨ। ਜਦੋਂ ਵੀ ਵੱਡਾ ਦੈਂਤ ਕੋਈ ਮਾਰਿਆ ਜਾਂਦਾ ਹੈ, ਜਿਸ ਦੇ ਅਧੀਨ ਫੌਜ ਲੜਦੀ ਹੈ, ਲੀਡਰ ਦੇ ਮਾਰੇ ਜਾਣ ਤੋਂ ਬਾਅਦ ਕਵੀ ਹਰ ਵਾਰੀ ਇਹ ਗੱਲ ਲਿਖਦਾ ਹੈ, ਇਤੀ ਸ਼੍ਰੀ ਮਾਰਕੰਡੇ ਪੁਰਾਣੇ ਲਿਖਦਾ ਹੈ। ਸੋ ਕਵੀ ਆਪ ਕਹਿ ਰਿਹਾ ਹੈ ਕਿ ਮਾਰਕੰਡੇ ਪੁਰਾਣ ਦੀ ਜੋ ਕਥਾ ਹੈ, ਦੁਰਗਾ ਸਪਤਸ਼ਤੀ 700 ਸ਼ਲੋਕਾਂ ਵਾਲੀ ਜੋ ਕਥਾ ਉੱਥੇ ਲਿਖੀ ਹੈ ਮਾਰਕੰਡੇ ਰਿਸ਼ੀ ਨੇ ਦੁਰਗਾ ਦੀ, ਉਹਨੂੰ ਕਵੀ ਆਖਦਾ ਹੈ ਮੈਂ ਇਸ ਚੰਡੀ ਚਰਿਤਰ ਵਿੱਚ ਬਿਆਨ ਕੀਤਾ ਹੈ। ਛੰਦ 173। ਬਚੇ ਦੈਂਤ ਜਿਹੜੇ ਸਨ ਉਹ ਫਿਰ ਸੁੰਬ ਸੁੰਬ ਕੋਲ ਚਲੇ ਗਏ, ਦੌੜ ਗਏ, ਭੱਜ ਗਏ ਅਤੇ ਜਾ ਕੇ ਵਾਰਤਾ ਸੁਣਾਈ ਕਿ ਰਕਤ ਬੀਜ ਮਾਰਿਆ ਗਿਆ। ਇਹ ਗੱਲ ਸੁਣ ਕੇ ਸੁੰਬ ਨੂੰ ਗੁੱਸਾ ਆਇਆ ਕਿ ਉਹ ਚੰਡੀ ਨੂੰ ਜ਼ਰੂਰ ਮਾਰੇਗਾ। ਛੰਦ ਨੰਬਰ 174। ਹੁਣ ਸੁੰਬ ਤਿਆਰ ਹੋਇਆ ਲੜਨ ਵਾਸਤੇ। ਛੰਦ ਨੰਬਰ 175 ਵਿੱਚ ਮਾਤੇ ਮਤੰਗ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਿਵੇਂ 10 ਸਵਈਆਂ ਵਿੱਚ ਮਾਤੇ ਮਤੰਗ ਆਉਂਦਾ ਹੈ, ਇਸ ਤਰ੍ਹਾਂ ਇੱਥੇ ਮਾਤੇ ਮਤੰਗ ਦੀ ਵਰਤੋਂ ਕੀਤੀ ਹੈ। ਮਾਤੇ ਮਤੰਗ ਕੇ ਪੁੰਜਨ ਉੱਪਰ ਸੁੰਦਰ ਤੁੰਗ ਧੁਜਾ ਫਹਰਾਈ। ਸੋ ਮਸਤ ਹਾਥੀਆਂ ਦੇ ਉੱਪਰ ਇਸ ਨੇ ਆਪਣਾ ਝੰਡਾ ਜਿਹੜਾ ਆ ਉਹ ਲਹਿਰਾਇਆ। ਸੁੰਬ ਨੇ ਤਿਆਰੀ ਕਰਨ ਲੱਗ ਪਿਆ ਜੰਗ ਦੀ। ਛੰਦ 176 ਵਿੱਚ ਸੁੰਬ ਤੇ ਨਸੁੰਬ ਇਹਨਾਂ ਦੋਹਾਂ ਦੀਆਂ ਫੌਜਾਂ ਨੇ ਜਾ ਕੇ ਫਿਰ ਸੁਮੇਰ ਪਰਬਤ ਨੂੰ ਘੇਰਾ ਪਾ ਲਿਆ। ਸੁੰਬ ਤੇ ਨਸੁੰਬ ਦੋਵੇਂ ਭਰਾ ਹਨ। ਸੁੰਬ ਰਾਜਾ ਹੈ ਫੌਜਾਂ ਦਾ। ਛੰਦ ਨੰਬਰ 177 ਵਿੱਚ ਕਵੀ ਨੇ ਦੈਂਤਾਂ ਦੀਆਂ ਫੌਜਾਂ ਦਾ ਫਿਰ ਬਿਆਨ ਕੀਤਾ।
ਸ਼ਾਂਤਮ 178 ਵਿੱਚ ਚੰਡੀ ਤੇ ਕਾਲਕਾ ਸੁਣ ਕੇ ਪਹਾੜੋਂ ਉਤਰੀਆਂ। ਕਾਲਕਾ ਅਜੇ ਗਈ ਨਹੀਂ। ਕਾਲੀ ਜੋ ਮੱਥੇ ਦੀ ਲਾਟ ਵਿੱਚੋਂ ਪ੍ਰਗਟ ਕੀਤੀ ਹੈ ਉਹ ਗਈ ਨਹੀਂ, ਉਹ ਅਜੇ ਉੱਥੇ ਹੀ ਹੈ ਸਮੇਰ ਪਰਬਤ ਉੱਤੇ। ਤੋ ਸੁੰਭ ਦੀਆਂ ਫੌਜਾਂ ਦਾ ਸ਼ੋਰ ਸੁਣ ਕੇ ਚੰਡੀ ਤੇ ਕਾਲਕਾ ਇਹ ਪਹਾੜ ਤੋਂ ਉਤਰਦੀਆਂ। ਚੰਡੀ ਤੇ ਕਾਲਕਾ ਕਹਿ ਲਓ, ਸ਼ਿਵਾ ਤੇ ਕਾਲਕਾ ਕਹਿ ਲਓ, ਦੁਰਗਾ ਤੇ ਕਾਲਕਾ ਕਹਿ ਲਓ, ਪਾਰਵਤੀ ਤੇ ਕਾਲਕਾ ਕਹਿ ਲਓ, ਵੱਖ-ਵੱਖ ਨਾਂ, ਗਿਰਿਜਾ ਦੇ ਕਾਲਕਾ ਕਹਿ ਲਓ। ਸੋ ਇਹ ਚੰਡੀ ਦੇ ਵੱਖ-ਵੱਖ ਨਾਂ ਕਵੀ ਨੇ ਲਿਖੇ ਹਨ। ਸ਼ਿਵਾ ਤੇ ਚੰਡੀ ਨੂੰ ਦੇਖ ਕੇ ਸੁੰਭ ਨੇ ਤੀਰ ਚਲਾਏ। ਇਹ ਸ਼ਾਂਤਮ 179 ਵਿੱਚ ਹੈ। ਸ਼ਾਂਤਮ 180 ਵਿੱਚ ਕਵੀ ਲਿਖਦਾ ਹੈ, ਇੱਕ ਪਹਾੜ ਹੈ ਜਿਹੜਾ ਸਿਆਮ ਹੈ, ਸਿਆਮ ਪਹਾੜ। ਇਹਦਾ ਮਤਲਬ ਕਾਲੇ ਰੰਗ ਦਾ ਪਹਾੜ, ਸਿਆਮ। ਸਿਆਮ ਜਿੱਥੇ ਕਵੀ ਨੇ ਆਪਣਾ ਨਾਮ ਵਰਤਿਆ ਹੈ, ਬਹੁਤ ਸਾਰੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਇਹ ਕਵੀ ਨੇ ਲਿਖੀਆਂ ਜਿਸ ਦਾ ਨਾਮ ਸ਼ਿਆਮ ਹੈ। ਉਸ ਨੇ ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖਣ ਲੱਗਿਆਂ ਆਪਣਾ ਤਖੱਲਸ ਸ਼ਿਆਮ ਤੇ ਨਾਲ ਕਵੀ ਸ਼ਬਦ ਹੀ ਵਰਤਿਆ। ਵਰਨਤ ਕਵੀ ਸ਼ਿਆਮ, ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਸੋ ਉੱਥੇ ਸ਼ਿਆਮ ਦੇ ਸਪੈਲਿੰਗ ਹੋਰ ਹਨ। ਸੱਸਾ ਮੁਕਤਾ ਹੈ, ਯਈਏ ਨੂੰ ਕੰਨਾ ਹੈ। ਇੱਥੇ ਸੱਸੇ ਨੂੰ ਸਿਹਾਰੀ ਪਾ ਕੇ ਐੜੇ ਨੂੰ ਕੰਨਾ ਲਿਖਿਆ ਹੋਇਆ। ਸੋ ਇੱਥੇ ਇਹ ਕਵੀ ਦਾ ਨਾਂ ਨਹੀਂ, ਇੱਥੇ ਇਸ ਦਾ ਅਰਥ ਹੈ ਕਾਲਾ। ਯੁੱਧ ਬਿਆਨ ਹੈ 180 ਵਿੱਚ। ਸ਼ਾਂਤਮ 181 ਵਿੱਚ ਚੰਡੀ ਭਾਵ ਸ਼ਿਵਾ ਤੇ ਕਾਲੀ ਵੱਲੋਂ ਯੁੱਧ ਦਾ ਬਿਆਨ ਕੀਤਾ ਗਿਆ, ਕਿਵੇਂ ਯੁੱਧ ਉਹਨਾਂ ਨੇ ਕਰਨਾ ਸ਼ੁਰੂ ਕੀਤਾ। ਚੰਡੀ ਕੋਲੇ ਤੀਰ ਕਮਾਨ ਹੈ ਹੁਣ, ਤੇ ਕਾਲੀ ਕੋਲ ਦੁਤਾਰਾ ਖੰਡਾ ਜਾਂ ਤਲਵਾਰ ਹੈ। ਇਹ ਹਥਿਆਰ ਭਾਵੇਂ ਸ਼ਿਵਾ ਦੇ 8 ਹੱਥ ਹਨ, ਸਾਰਿਆਂ ਵਿੱਚ ਕੋਈ ਨਾ ਕੋਈ ਹਥਿਆਰ ਹੁੰਦਾ ਹੈ। ਇੱਥੇ ਹੁਣ ਕਵੀ ਕਹਿੰਦਾ ਚੰਡੀ ਕੋਲੇ ਤੀਰ ਕਮਾਨ ਹੈ, ਸ਼ਿਵਾ ਕੋਲ ਤੀਰ ਕਮਾਨ ਤੇ ਕਾਲੀ ਕੋਲ ਦੁਧਾਰਾ ਖੰਡਾ ਜਾਂ ਤਲਵਾਰ। ਖੱਗ ਲੈ ਕਾਲੀ ਔ ਚੰਡੀ ਕੁਵੰਡ, ਬਿਲੋਕ ਲੈ ਦਾਨਵ ਇਉਂ ਦਬਦੇ ਹੈ। ਕੁਵੰਡ ਤੋਂ ਭਾਵ ਹੈ ਤੀਰ ਕਮਾਨ, ਖੱਗ ਤੋਂ ਭਾਵ ਹੈ ਤਲਵਾਰ। ਛੰਦ ਨੰਬਰ 182 ਵਿੱਚ ਕਾਲੀ ਨੇ ਕਈ ਦੈਂਤ ਦੰਦਾਂ ਨਾਲ ਚੱਬ ਲਏ। ਕਾਲੀ ਕਿਉਂਕਿ ਮਾਸ ਖਾਣ ਵਾਲੀ ਤੇ ਖੂਨ ਪੀਣ ਵਾਲੀ ਹੈ, ਕਵੀ ਨੇ ਲਿਖਿਆ ਹੈ। ਸੋ ਹੁਣ ਕਾਲੀ ਨੇ ਕਈ ਦੈਂਤ ਆਪਣੇ ਦੰਦਾਂ ਨਾਲ ਹੀ ਚੱਬ ਲਏ। ਛੰਦ ਨੰਬਰ 183 ਵਿੱਚ ਵਿਸ਼ਨੂੰ ਨੇ ਚੰਡੀ ਦੀ ਸਹਾਇਤਾ ਲਈ ਦੇਵਤਿਆਂ ਦੀ ਫੌਜ ਭੇਜੀ। ਦੇਵਤਿਆਂ ਨੂੰ ਕਿਹਾ ਜਾਓ, ਜਾ ਕੇ ਚੰਡੀ ਦੀ ਸਹਾਇਤਾ ਕਰੋ, ਸ਼ਿਵਾ ਦੀ ਸਹਾਇਤਾ ਕਰੋ। ਸ਼ਕਤੀ ਸਹਾਇਤਾ ਕੇ ਨਿਮਿਤ ਭੇਜੀ, ਗਹਿ ਮੰਝਾਰ। ਦੇਵਤਿਆਂ ਦੀ ਫੌਜ ਸਹਾਇਤਾ ਕਰਨ ਵਾਸਤੇ ਵਿਸ਼ਨੂੰ ਨੇ ਭੇਜ ਦਿੱਤੀ, ਤਾਂ ਦੇਵਤੇ ਵੀ ਇਸ ਜੰਗ ਵਿੱਚ ਸ਼ਾਮਲ ਹੋ ਜਾਂਦੇ ਹਨ। ਛੰਦ ਨੰਬਰ 184 ਵਿੱਚ ਦੇਵੀ ਕਹਿਓ ਤਿਨ ਕੋ ਕਰ ਆਦੁਰ, ਆਈ ਭਲੇ ਜਨ ਬੋਲ ਪਠਾਈ। ਦੇਵਤੇ ਜਦੋਂ ਆਏ, ਦੇਵੀ ਨੇ ਕਿਹਾ, ਸ਼ਿਵਾ ਨੇ ਕਿਹਾ ਵੀ ਚੰਗੀ ਗੱਲ ਹੈ ਤੁਸੀਂ ਇੱਥੇ ਆਏ ਹੋ, ਆਦਰ ਨਾਲ ਕਿਹਾ। ਤੇ ਉਹਨੇ ਕਿਹਾ ਵੀ ਜਿਵੇਂ ਮੈਂ ਹੀ ਤੁਹਾਨੂੰ ਇੱਥੇ ਬੁਲਾਇਆ ਹੈ। ਸੋ ਵੈਲਕਮ ਐਜ਼ ਇਫ ਆਈ ਹੈਵ ਕਾਲਡ ਯੂ। ਛੰਦ ਨੰਬਰ 185 ਵਿੱਚ ਦੇਵਤੇ ਵੀ ਯੁੱਧ ਵਿੱਚ ਹਿੱਸਾ ਪਾਉਣ ਲੱਗ ਜਾਂਦੇ ਹਨ, ਯੁੱਧ ਕਰਦੇ ਹਨ। ਯੁੱਧ ਬਿਆਨ ਜਾਰੀ ਹੈ।
ਕਾਲੀ ਨੇ ਇੱਥੇ ਫਿਰ ਦੈਂਤ ਦੰਦਾਂ ਨਾਲ ਚੱਬੇ। ਸ਼ਾਂਤਮ 186 ਵਿੱਚ ਫਿਰ ਯੁੱਧ ਬਿਆਨ ਹੈ ਕਾਲੀ ਵੱਲੋਂ। ਸ਼ਾਂਤਮ 187 ਵਿੱਚ ਦੈਂਤ ਭੱਜ ਗਏ ਤੇ ਸੁੰਭ ਨੂੰ ਆਪ ਜਾਣ ਲਈ ਕਿਹਾ। ਸੋ ਹੁਣ ਦੈਂਤਾਂ ਦੇ ਮੁਕਾਬਲੇ ਇੱਕ ਸ਼ਿਵਾ ਹੈ, ਇੱਕ ਕਾਲੀ ਹੈ, ਤੀਜੀ ਫੌਜ ਦੇਵਤਿਆਂ ਦੀ ਵੀ ਇਹਨਾਂ ਨਾਲ ਰਲ ਗਈ ਹੈ, ਇਕੱਠੇ ਹੋ ਕੇ ਲੜ ਰਹੇ ਹਨ। ਸੁੰਭ ਨੇ ਜਿਹੜੇ ਦੈਂਤ ਅੱਗੇ ਕੀਤੇ ਸਨ ਲੜਨ ਵਾਸਤੇ, ਉਹ ਵਾਪਸ ਭੱਜ ਗਏ, ਬਹੁਤ ਸਾਰੇ ਮਾਰੇ ਗਏ, ਬਾਕੀ ਭੱਜ ਗਏ। ਜਾ ਕੇ ਸੁੰਭ ਨੂੰ ਕਿਹਾ ਕਿ ਆਪ ਚੱਲੋ ਲੜਨ ਵਾਸਤੇ। ਹੁਣ ਸ਼ਾਂਤਮ 188 ਵਿੱਚ ਨਿਸੁੰਭ ਯੁੱਧ ਲਈ ਚੱਲਦਾ ਹੈ, ਸੁੰਭ ਦਾ ਭਰਾ। ਸ਼ਾਂਤਮ 199 ਵਿੱਚ ਫਿਰ 80 ਸ਼ਬਦ ਦੀ ਵਰਤੋਂ ਚੰਡੀ ਦੀ ਕਿਰਪਾਨ ਲਈ ਕੀਤੀ ਹੈ। ਬਾਨਨ ਸਾਥ ਗਿਰਾਏ ਦਏ ਬਹੁਰੋ 80 ਲੈ ਕਰ ਇਉਂ ਰਣ ਕੀਨੇ। ਬਹੁਰੋ 80 ਲੈ, ਫਿਰ ਮੁੜ ਕੇ ਕਿਰਪਾਨ ਲੈ ਕੇ ਉਸਨੇ ਮੈਦਾਨ ਵਿੱਚ। ਸੋ 80 ਸ਼ਬਦ ਜਿਹੜਾ ਹੈ ਇਹ ਚੰਡੀ ਦੀ ਕਿਰਪਾਨ ਵਾਸਤੇ ਵਰਤਿਆ ਜਾਂਦਾ ਹੈ ਇੱਥੇ। ਸ਼ਾਂਤਮ 190 ਵਿੱਚ ਫਿਰ ਕਾਲੀ ਅਤੇ ਸ਼ਿਵਾ ਵੱਲੋਂ ਯੁੱਧ ਬਿਆਨ ਦਾ ਵਰਣਨ ਹੈ। ਸ਼ਾਂਤਮ 191 ਵਿੱਚ ਚੰਡ ਪ੍ਰਚੰਡ ਕੁਵੰਡ, ਇਹ ਜੋ ਵਾਕ ਅੰਸ਼ ਹੈ ਇਸ ਦੀ ਵਰਤੋਂ ਇੱਥੇ ਕੀਤੀ ਹੈ ਤੇ ਕਈ ਵਾਰੀ ਕਵੀ ਨੇ ਇਸ ਤਰ੍ਹਾਂ ਵਰਤੋਂ ਕੀਤੀ ਹੈ, ਚੰਡ ਪ੍ਰਚੰਡ ਕੁਵੰਡ। ਸੋ ਕੁਵੰਡ ਜਿਹੜਾ ਹੈ ਇਹ ਬੋ ਹੈ। ਸ਼ਾਂਤਮ 182 ਵਿੱਚ 192 ਵਿੱਚ ਨਿਸੁੰਭ ਦਾ ਹੁਣ ਗੁੱਸੇ ਹੋਣਾ, ਗੁੱਸੇ ਵਿੱਚ ਆਉਣਾ ਅਤੇ ਯੁੱਧ ਦਾ ਬਿਆਨ ਕਵੀ ਕਰਦਾ ਹੈ। ਸ਼ਾਂਤਮ 193 ਵਿੱਚ ਚੰਡੀ ਵੱਲੋਂ ਯੁੱਧ ਬਿਆਨ ਕਵੀ ਨੇ ਕੀਤਾ ਹੈ। ਸ਼ਾਂਤਮ 194 ਵਿੱਚ ਫਿਰ ਯੁੱਧ ਬਿਆਨ ਹੈ। ਸ਼ਾਂਤਮ 195 ਵਿੱਚ ਭੀਮ, ਅਰਜਨ, ਕਰਨ, ਦਰੋਣਾਚਾਰ ਤੋਂ ਵੀ ਵੱਧ ਕੇ ਨਿਸੁੰਭ ਨੇ ਯੁੱਧ ਕੀਤਾ। ਸੋ ਨਿਸੁੰਭ ਦਾ ਜੋ ਯੁੱਧ ਹੈ ਕਵੀ ਕਹਿੰਦਾ ਹੈ ਕਿ ਬੜਾ ਯੁੱਧ ਭਿਆਨਕ ਕੀਤਾ। ਇੰਨਾ ਵਧੀਆ ਯੁੱਧ ਇਸ ਨੇ ਕੀਤਾ ਜਿੰਨਾ ਭੀਮ, ਅਰਜਨ, ਕਰਨ, ਦਰੋਣਾਚਾਰ ਆਦਿ ਨਹੀਂ ਕਰ ਸਕੇ। ਸ਼ਾਂਤਮ 196 ਵਿੱਚ ਫਿਰ ਚੰਡੀ ਅੱਗੇ ਹੋ ਕੇ ਲੜਦੀ ਹੈ। ਸ਼ਾਂਤਮ 197 ਵਿੱਚ ਇੱਕ ਦੈਂਤ ਦਾ ਹਮਲਾ ਜੋ ਚੰਡੀ ਵੱਲੋਂ ਰੋਕਿਆ ਗਿਆ। ਸ਼ਾਂਤਮ 198 ਵਿੱਚ ਇੱਕ ਹੋਰ ਦੈਂਤ ਦਾ ਚੰਡੀ ਵੱਲੋਂ ਵੱਧ ਕੀਤਾ ਗਿਆ। ਸ਼ਾਂਤਮ 199 ਵਿੱਚ ਇੱਕ ਹੋਰ ਦੈਂਤ ਮਾਰਿਆ ਗਿਆ। ਸ਼ਾਂਤ ਨੰਬਰ 200 ਯੁੱਧ ਬਿਆਨ ਹੈ, 201 ਯੁੱਧ ਬਿਆਨ ਹੈ। ਸ਼ਾਂਤਮ ਜੋ 202 ਹੈ ਇਸ ਵਿੱਚ ਜਾ ਕੇ ਨਿਸੁੰਭ ਸ਼ਿਵਾ ਦੀਆਂ ਫੌਜਾਂ ਵੱਲੋਂ ਮਾਰਿਆ ਜਾਂਦਾ ਹੈ। ਜਦੋਂ ਕੋਈ ਇਸ ਤਰ੍ਹਾਂ ਵੱਡਾ ਦੈਂਤ ਮਰਦਾ ਹੈ, ਕਿਉਂਕਿ ਸੁੰਭ ਦਾ ਭਰਾ ਹੈ, ਰਾਜੇ ਦਾ ਭਰਾ ਹੈ, ਇਹ ਮਰਿਆ, ਤੇ ਫਿਰ ਕਵੀ ਨੇ ਕਿਹਾ ਇਤੀ ਸ਼੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿੱਤਰ ਉਕਤੀ ਬਿਲਾਸ ਨਿਸੁੰਭ ਵਧੇ ਖਸ਼ਟਮੋਂ ਦੇ ਆਏ। ਸੋ ਛੇਵਾਂ ਅਧਿਆਏ ਖਸ਼ਟਮਾ ਛੇਵਾਂ ਅਧਿਆਏ ਉਸਨੇ ਸਮਾਪਤ ਕੀਤਾ। ਇੱਥੇ ਮਾਰਕੰਡੇ ਪੁਰਾਣ ਦਾ ਜੋ ਇਹ ਘਟਨਾਕ੍ਰਮ ਸੀ ਨਿਸੁੰਭ ਨੂੰ ਮਾਰੇ ਜਾਣ ਦਾ, ਬਿਲਕੁਲ ਉਹੀ ਘਟਨਾਵਾਂ ਜੋ ਮਾਰਕੰਡੇ ਪੁਰਾਣ ਦੀਆਂ, ਉਹੀ ਘਟਨਾਵਾਂ ਇੱਥੇ ਕਵੀ ਆਪਣੀ ਰਚਨਾ ਵਿੱਚ ਉਸਨੂੰ ਕਾਵਿ ਰੂਪ ਦੇ ਰਿਹਾ ਆਪਣੇ ਤੌਰ 'ਤੇ। ਸ਼ਾਂਤਮ 203 ਜਬ ਨਿਸੁੰਭ ਹਨ ਮਾਰਿਓ ਦੇਵੀ। ਇਹ ਪ੍ਰਕਾਰ ਦੇਵੀ ਨੇ ਜਦੋਂ ਨਿਸੁੰਭ ਨੂੰ ਮਾਰ ਦਿੱਤਾ, ਕਿਹੜੀ ਦੇਵੀ ਨੇ? ਸ਼ਿਵਾ ਨੇ, ਦੁਰਗਾ ਨੇ, ਕਈ ਨਾਂ। ਸ਼ਾਂਤਮ 204 ਵਿੱਚ ਇੱਕ ਦੈਂਤ ਨੂੰ ਨਿਸੁੰਭ ਦੇ ਮਰਨ ਦੀ ਖਬਰ, ਇੱਕ ਦੈਂਤ ਨੇ ਨਿਸੁੰਭ ਦੇ ਮਰਨ ਦੀ ਖਬਰ ਜਾ ਕੇ ਸੁੰਭ ਨੂੰ ਦਿੱਤੀ। ਸ਼ਾਂਤ 205 ਵਿੱਚ ਹੁਣ ਸੁੰਭ ਫੌਜ ਲੈ ਕੇ ਆਉਂਦਾ ਹੈ। ਸ਼ਾਂਤ ਨੰਬਰ 206 ਵਿੱਚ
कवि लिखता है, चंड प्रचंड सो केहरि काल का, औ शक्ति मिल युद्ध करियो है। चंडी ने, शेर ने, केहर तो शेर, कालका ने, कालका कौन है? काली है, जिसनों इसने अपने मत्थे विचों अग दी लाट चों इस वेले प्रगट किया है। सो इन्हां ने रल के फिर युद्ध किया है, क्योंकि सुंभ जिहड़ा है वो फौज लैके हुण आ गया, युद्ध शुरू हो गया। सो छंद नंबर 207 तो लैके 212 तक ये युद्ध बयान जारी है सुंभ दियां फौजां दा ते दूसरे पासे शिवा दियां फौजां दा। छंद नंबर 213 विच चंडी नूं इत्थे चमुंड भी लिखिया है, मार चमू चतुरंग लई तब लीने है सुंभ चमुंड को आगा। चमू का मतलब फौज, चतुरंग चार तरह की फौज जिहड़ी सुंभ दे कोल है। सो सुंभ अगे होके चंडी नूं रोकण लगा तां सारी धरती कवि कहता है कंब गई, शिव जी की समाधि टुट गई। तो कवि लिखता है कि शिव जी उठ के दौड़िया। कवि ने ये गल इस तरह लिखी है, चाल परियो अवनी सिगरी हरिजू हरियासन ते उठ भागा। सो शिव जी है सुमेर पर्वत उत्ते, कदी जंग के मैदान में देवतियां नूं मार देवतियां दा साथ देण लई जां दैंतां दा वध करन लई आप नहीं, शिव जी उपरों उतरदे, शिवा ही उतरदी है तो ये समाधि ला के उत्ते बैठे ने। कवि कहता है समाधि कई बार टुटी शिव जी की, जदों कोई भारी घटना वापरदी जंग दे विच। हुण सुंभ जदों अगे होया तो फिर कवि कहता है वे शिव जी आसन ते उठ भागा, समाधि टुट गई तो आसन तो उठ के दौड़िया। डर कारण ही दौड़ता है बंदा इस तरह। इत्थे कवि ने एक शब्द वरतिया सिगरी। सिगरी शब्द 10 पातशाह ज्योति श्री गुरु ग्रंथ साहब की जो शैली है उस मुताबिक नहीं है। कवि नूं ये नहीं पता कि श्री गुरु ग्रंथ साहब विच ये शब्द जिहड़ा है ये नहीं है, ये किसी होर ढंग नाल ते शब्द जोड़ लिखे हैं। सिगरी शब्द जिहड़ा है ये बिल्कुल इत्थे वक्री किस्म का जापदा है श्री गुरु ग्रंथ साहब जी की जो शैली है उस नाल। ये शब्द उत्थे श्री गुरु ग्रंथ साहब विच नहीं है, इसका मतलब है सारी। शांतम 214 विच चंडी ने सुंभ का एक ताना सुनिया। ताना की सी? सुंभ ने कहा चंडी नूं भी तू आप नहीं लड़ रही, तू देवतां दी मदद लै रही हाँ, काली दी मदद लै रही हाँ, उन्हां दी सहायता नाल लड़ रही हाँ। एक ताना सुनिया तो ये सुन के काली ते होर शक्तियां नूं चंडी ने अपने विच ही समा लिया। काली नूं लोभ कर दिता, कालका नूं लोभ करता, अपने विच समा लिया। बाकी जिन्नियां शक्तियां सन कवि कहता है उन्होंने सारियां नूं इसने अपने विच समा लिया तो हुण कल्ली शिवा रह गई। शांतम 215 कवि ने इत्थे अपने आप नूं कविशर भी लिखा। दीर्घ युद्ध बिलोक कै बुद्ध कविशर कै मन में यह आई। अगे अपने आप नूं कवि लिखता सी, लिखण वाला, हुण उसने अपने आप नूं कविशर लिखे। शांत नंबर 216 इत्थे कवि लिखता है शिव जी नूं कि वो ईश है, ईश्वर है। ते नाले भी लिखता है कि इन्ना खून ते मिझ दा गारा जिहड़ा है
ਉਹ ਬਣ ਚੁੱਕਾ ਉੱਥੇ ਕਿ ਸ਼ਿਵ ਜੀ ਉਹਦੇ ਵਿੱਚ ਨੱਚ ਰਿਹਾ ਹੈ। ਜੰਬੁਕ ਜੁਗਨ ਗ੍ਰਿਜ ਮਜੂਰ, ਰਕਤਰ ਕੀ ਕੀਚ ਮੈਂ ਈਸ਼ ਨੱਚਿਓ ਹੈ। ਤੋ ਕਹਿੰਦਾ, ਕਵੀ ਕਹਿੰਦਾ ਹੈ, ਕਵੀਸ਼ਰ ਕਹਿੰਦਾ ਹੈ ਕਿ ਈਸ਼ ਨੱਚਿਓ ਹੈ, ਸ਼ਿਵ ਜੀ ਨੇ ਇਸ ਖੂਨ ਦੇ ਮਿੱਝ ਦੇ ਬਣੇ ਹੋਏ ਗਾਰੇ ਵਿੱਚ ਨਾਚ ਕੀਤਾ, ਨੱਚਿਓ ਹੈ। ਸ਼ਾਂਤਨ 217 ਵਿੱਚ ਕਵੀ ਫਿਰ ਯੁੱਧ ਬਿਆਨ ਕਰਦਾ ਹੈ ਸੁੰਭ ਅਤੇ ਸ਼ਿਵਾ ਦਾ। ਸ਼ਾਂਤਨ 218 ਵਿੱਚ ਸੁੰਭ ਉੱਤੇ ਚੰਡੀ ਨੇ ਵਾਰ ਕੀਤਾ। ਸ਼ਾਂਤਨ 219 ਵਿੱਚ ਸੁੰਭ ਨੂੰ ਹੱਥ ਵਿੱਚ ਫੜ ਕੇ ਚੁੱਕਿਆ, ਚੰਡੀ ਨੇ ਹੱਥ ਵਿੱਚ ਫੜ ਕੇ ਚੁੱਕ ਲਿਆ। ਸ਼ਾਂਤ ਨੰਬਰ 220 ਵਿੱਚ ਸੁੰਭ ਜਿਹੜਾ ਹੈ ਉਹ ਸ਼ਿਵਾ ਦੇ ਹੱਥ 'ਚੋਂ ਧਰਤੀ 'ਤੇ ਡਿੱਗਦਾ ਹੈ ਅਤੇ ਧਰਤੀ 'ਤੇ ਡਿੱਗਣ ਤੋਂ ਬਾਅਦ ਆਕਾਸ਼ ਨੂੰ ਉੱਡ ਜਾਂਦਾ ਹੈ। ਸੁੰਭ ਜੋ ਦੈਂਤਾਂ ਦਾ ਜੋ ਰਾਜਾ ਹੈ ਇੱਥੇ ਸੁੰਭ, ਉਸ ਨੂੰ ਚੰਡੀ ਨੇ ਹੱਥ ਨਾਲ ਫੜ ਕੇ ਤਾਂ ਚੁੱਕਿਆ, ਹੱਥ ਵਿੱਚੋਂ ਥੱਲੇ ਡਿੱਗਿਆ। ਥੱਲੇ ਡਿੱਗਣ ਤੋਂ ਬਾਅਦ ਉਹ ਆਕਾਸ਼ ਨੂੰ ਹੀ ਉੱਡ ਗਿਆ। ਤੇ ਹੋਇਆ ਕਿ ਇਕੱਲਾ ਉਹ ਹੀ ਨਹੀਂ ਉੱਡਿਆ, ਕਵੀ ਕਹਿੰਦਾ ਹੈ ਕਿ ਸ਼ਿਵਾ ਵੀ ਮਗਰ ਹੀ ਉੱਡ ਗਈ, ਚੰਡੀ ਉਸ ਦੇ ਮਗਰ ਹੀ ਆਪ ਹੀ ਉੱਡ ਗਈ। ਕਰਤੇ ਗਿਰ ਧਰਨੀ ਭਰਿਓ, ਕਰਤੇ ਗਿਰ ਮੈਨੇ ਹੱਥ ਤੋਂ ਡਿੱਗ ਕੇ ਧਰਤੀ 'ਤੇ ਉਹ ਪੈ ਗਿਆ। ਧਰਤੇ ਗਇਓ ਆਕਾਸ਼, ਤੇ ਧਰਤੀ ਤੋਂ ਸੁੰਭ ਆਕਾਸ਼ ਨੂੰ ਉੱਡ ਗਿਆ। ਸੁੰਭ ਸੰਘਾਰਨ ਕੇ ਨਿਮਿਤ ਗਈ ਚੰਡ ਤੇ ਪਾਸ, ਤੇ ਸੁੰਭ ਨੂੰ ਮਾਰਨ ਵਾਸਤੇ ਉੱਥੇ ਸ਼ਿਵਾ ਵੀ ਖੜੀ ਨਹੀਂ ਰਹੀ, ਚੰਡੀ ਵੀ ਖੜੀ ਨਹੀਂ ਰਹੀ, ਉਹ ਵੀ ਉਸ ਦੇ ਮਗਰ ਉੱਡ ਗਈ। ਸ਼ਾਂਤ ਨੰਬਰ 221। ਇਹ ਹੁਣ ਯੁੱਧ ਜਿਹੜਾ ਹੈ ਆਕਾਸ਼ ਵਿੱਚ ਹੁੰਦਾ ਹੈ। ਕਵੀ ਕਹਿੰਦਾ ਹੈ ਕਿ ਹੁਣ ਯੁੱਧ ਜਿਹੜਾ ਧਰਤੀ 'ਤੇ ਪਹਿਲਾਂ ਹੋ ਰਿਹਾ ਸੀ, ਸੁਮੇਰ ਪਰਬਤ ਦੇ ਬੇਸ 'ਤੇ ਆਲੇ ਦੁਆਲੇ, ਇਹ ਯੁੱਧ ਹੁਣ ਆਕਾਸ਼ ਵਿੱਚ ਸ਼ੁਰੂ ਹੋ ਗਿਆ, ਸੁੰਭ ਦਾ ਤੇ ਚੰਡੀ ਦਾ। ਕਵੀ ਜੋ ਹੈ ਇਸ ਦੇ ਦੇਵਤੇ ਕੌਣ ਹਨ? ਸੂਰਜ ਹੈ, ਚੰਦ, ਨਛੱਤਰ, ਸੱਚੀਪਤੀ ਇੰਦਰ। ਕਵੀ ਕਹਿੰਦਾ ਹੈ ਇਹਨਾਂ ਦੇਵਤਿਆਂ ਨੇ, ਕਿਹੜੇ ਕਿਹੜੇ ਦੇਵਤਿਆਂ ਨੇ? ਸੂਰਜ, ਚੰਦ, ਨਛੱਤਰ, ਇੰਦਰ ਆਦਿਕ, ਇਹਨਾਂ ਨੇ ਇਹ ਯੁੱਧ ਆਕਾਸ਼ ਵਿੱਚ ਆਪਣੀ ਅੱਖੀਂ ਦੇਖਿਆ। ਦੇਵਤੇ ਸੁੰਭ ਦਾ ਤੇ ਸ਼ਿਵਾ ਦਾ ਯੁੱਧ ਹੁੰਦਾ ਆਕਾਸ਼ ਵਿੱਚ ਦੇਖ ਰਹੇ। ਕਵੀ ਲਿਖਦਾ ਹੈ ਸੂਰਜ, ਚੰਦ, ਨਛੱਤਰ, ਸੱਚੀਪਤੀ ਔਰ ਸਭੈ ਸੁਰ ਪੇਖਤ ਸੂ, ਹੋਰ ਸਾਰੇ ਸੁਰਤ ਭਾਵ ਦੇਵਤੇ ਸੋ ਉਸ ਯੁੱਧ ਨੂੰ ਦੇਖ ਰਹੇ। ਸੂਰਜ ਕਵੀ ਵਾਸਤੇ ਦੇਵਤਾ ਹੈ, ਚੰਦ ਕਵੀ ਵਾਸਤੇ ਦੇਵਤਾ ਹੈ, ਗੁਰਸਿੱਖ ਵਾਸਤੇ ਇਹਨਾਂ ਕੋਲੋਂ ਮੰਗਣ ਲਈ ਕੁਝ ਵੀ ਨਹੀਂ। ਕਵੀ ਜਿਹੜਾ ਦੇਵੀ ਦੇਵਤਿਆਂ ਦਾ ਪੁਜਾਰੀ ਹੈ ਉਹ ਸੂਰਜ ਕੋਲੋਂ ਵੀ ਕੁਝ ਮੰਗੇਗਾ, ਚੰਦ ਕੋਲੋਂ ਵੀ ਕੁਝ ਮੰਗੇਗਾ, ਕਿਉਂਕਿ ਉਸ ਦੇ ਪੂਜਨੀਕ ਦੇਵਤੇ ਹਨ। ਪਰ ਸਿੱਖ ਕਦੀ ਵੀ ਇਹਨਾਂ ਕੋਲੋਂ ਕੁਝ ਨਹੀਂ ਮੰਗ ਸਕਦਾ, ਕੋਈ ਵਰ ਨਹੀਂ ਮੰਗ ਸਕਦਾ, ਕੁਝ ਨਹੀਂ ਲੈ ਸਕਦਾ, ਕਿਉਂਕਿ ਸਿੱਖ ਨੂੰ ਦੇਵੀ ਦੇਵਤਿਆਂ ਪੁਜਾਰੀ ਬਣਾਇਆ ਹੀ ਨਹੀਂ ਗਿਆ। 10 ਗੁਰੂ ਸਾਹਿਬਾਨ ਦੀ ਜੋ ਜੋਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਦਾ ਇਸ ਗੁਰੂ 'ਤੇ ਵਿਸ਼ਵਾਸ ਹੈ, ਰੱਬ 'ਤੇ ਵਿਸ਼ਵਾਸ ਹੈ। ਜੋ ਕੁਛ ਉਹ ਮੰਗਦਾ ਹੈ ਗੁਰੂ ਕੋਲੋਂ, ਪ੍ਰਭੂ ਕੋਲੋਂ ਮੰਗਦਾ ਹੈ, ਕਿਸੇ ਦੇਵੀ ਦੇਵਤੇ ਕੋਲੋਂ ਨਹੀਂ। ਸੋ ਇੱਥੇ ਕਵੀ ਲਿਖਦਾ ਹੈ ਸੂਰਜ, ਚੰਦ, ਨਛੱਤਰ, ਸੱਚੇਪਤੀ ਔਰ ਸਭੈ ਸੁਰ ਸੁਰਤ ਭਾਵ ਦੇਵਤੇ ਪੇਖਤ ਸੋ ਕਵੀ ਦੇ ਇਹ ਦੇਵਤੇ ਹਨ ਪੂਜਨੀਕ। ਸੂਰਜ ਦੇਵਤਾ ਹੈ, ਚੰਦ ਦੇਵਤਾ ਹੈ,
ਨਛੱਤਰ ਹਨ ਤੇ ਇੰਦਰ ਅਤੇ ਹੋਰ ਸਾਰੇ ਇਹ ਕਵੀ ਦੇ ਪੂਜਨੀਕ ਦੇਵਤੇ ਹਨ। ਸੋ ਇਹਨਾਂ ਕੋਲੋਂ ਵਰ ਜੇ ਕੋਈ ਮੰਗ ਸਕਦਾ ਹੈ ਤਾਂ ਇਹਨਾਂ ਦਾ ਪੁਜਾਰੀ ਹੀ ਮੰਗ ਸਕਦਾ ਹੈ। ਜੋ ਇਹਨਾਂ ਦਾ ਪੁਜਾਰੀ ਨਹੀਂ, ਉਹ ਇਹਨਾਂ ਤੋਂ ਵਰ ਨਹੀਂ ਮੰਗ ਸਕਦਾ। ਚਲੋ ਛੰਦ ਨੂੰ 222 ਵੱਲ ਚੱਲਦੇ ਹਾਂ। 221 ਛੰਦ ਵਿੱਚ ਇਹ ਯੁੱਧ ਜਿਹੜਾ ਸੀ ਆਕਾਸ਼ ਵਿੱਚ ਹੋਇਆ, ਸਾਰਿਆਂ ਨੇ ਦੇਖਿਆ ਤੇ ਚੰਡੀ ਨੇ ਸਾਰਿਆਂ ਦੇ ਸਾਹਮਣੇ, ਦੇਵਤਿਆਂ ਦੇ ਸਾਹਮਣੇ ਜੋ ਦੇਖ ਰਹੇ ਹਨ, ਸੁੰਭ ਤੇ ਵਾਰ ਕੀਤਾ ਤੇ ਉਸ ਵਾਰ ਨਾਲ ਉਸ ਦੇ ਟੁਕੜੇ ਹੋਏ ਤੋਂ ਧਰਤੀ ਉੱਪਰ ਡਿੱਗ ਪਿਆ, ਜ਼ਮੀਨ ਤੇ ਡਿੱਗ ਪਿਆ। ਛੰਦ 222 ਵਿੱਚ ਚੰਡੀ ਨੇ ਫਿਰ ਜਾਂ ਸ਼ਿਵਾ ਨੇ ਜਿੱਤ ਦਾ ਆਪਣਾ ਸ਼ੰਖ ਵਜਾਇਆ ਜਿਹੜਾ ਉਹਦੇ ਕੋਲ ਸੀ, ਤੇ ਘੜਿਆਲ, ਉਹਦੇ ਕੋਲ ਜੋ ਘੰਟਾ ਸੀ, ਘੜਿਆਲ ਸੀ, ਉਹ ਵੀ ਉਸਨੇ ਖੜਕਾਇਆ ਜਿੱਤ ਦੀ ਖੁਸ਼ੀ ਵਿੱਚ। 223 ਨੰਬਰ ਛੰਦ ਵਿੱਚ ਕਵੀ ਲਿਖਦਾ ਹੈ, ਸ਼ਿਵਾ ਜਾਂ ਪਾਰਵਤੀ ਇਹ 8 ਹੱਥਾਂ ਵਾਲੀ ਹੈ ਤੇ ਹਥਿਆਰਬੰਦ ਹੈ, ਹਥਿਆਰਾਂ ਨਾਲ ਲੈਸ ਹੈ। ਅਸ਼ਟ ਕਰਨ ਮਹਿ ਸ਼ਸਤਰ ਗਹਿ ਸੈਨਾ ਦੇਈ ਸੰਘਾਰ। ਅਸ਼ਟ ਕਰਨ ਮੈਂ, ਅਸ਼ਟ ਭਾਵ ਹੈ 8, ਕਰਨ ਕਰ ਹੱਥ, ਤੋਂ 8 ਹੱਥਾਂ ਵਿੱਚ ਸ਼ਸਤਰ ਗਹਿ, ਸ਼ਸਤਰ ਪਕੜ ਕੇ ਸੈਨਾ ਦੇਈ ਸੰਘਾਰ, ਉਸਨੇ ਜੋ ਦੈਂਤਾਂ ਦੀ ਸੈਨਾ ਸੀ ਉਸ ਦਾ ਸੰਘਾਰ ਕਰ ਦਿੱਤਾ। ਛੰਦ ਨੰਬਰ 224 ਵਿੱਚ ਫਿਰ ਕਵੀ ਲਿਖਦਾ ਹੈ, ਚੰਡੀ ਅਸਿਤਾਰ ਹੈ, ਚੰਡ ਕੇ ਕੋਪ ਨਾ ਓਪ ਰਹੀ, ਰਨ ਮੈਂ ਅਸਿਤਾਰ ਭਈ ਸਮੁਹਾਈ। ਅਸਿਤਾਰ, ਸੋ ਅਸਿਤਾਰ, ਅਸਿਪਾਨ, ਅਸਿਤੁਜ, ਇਹ ਸ਼ਬਦ ਜਿਹੜੇ ਹਨ ਇਹ ਦੇਵੀ ਦੇਵਤਿਆਂ ਵਾਸਤੇ, ਚੰਡੀ ਵਾਸਤੇ ਖਾਸ ਕਰਕੇ ਵਰਤੇ ਗਏ ਹਨ, ਕਿਉਂਕਿ ਚੰਡੀ ਇਹ ਸ਼ਸਤਰਧਾਰੀ ਹੈ। ਕਵੀ ਨੇ ਇਸ ਨੂੰ ਲਿਖਿਆ ਹੈ 8 ਹੱਥਾਂ ਵਾਲੀ ਤੇ ਸ਼ਸਤਰਧਾਰੀ ਹੈ, ਹਥਿਆਰ ਇਸ ਦੇ ਕੋਲ ਹਨ, ਇਸ ਕਰਕੇ ਉਸ ਨੂੰ ਲਿਖਿਆ ਅਸਿਤਾਰ ਭਈ ਸਮੁਹਾਈ। ਚੰਡੀ ਦੀ ਉਪਮਾ ਕਵੀ 224 ਨੰਬਰ ਛੰਦ ਵਿੱਚ ਕਰਦਾ ਹੈ, ਕਿਉਂਕਿ ਉਸਨੇ ਜਿੱਤ ਪ੍ਰਾਪਤ ਕੀਤੀ ਹੈ, ਸੁੰਭ ਮਾਰਿਆ ਗਿਆ। ਤੇ ਫਿਰ ਕਵੀ ਇਹ ਗੱਲ ਲਿਖਣੀ ਨਹੀਂ ਭੁੱਲਦਾ, ਇਤੀ ਸ਼੍ਰੀ ਮਾਰਕੰਡੇ ਪੁਰਾਣੇ ਚੰਡੀ ਚਿੱਤਰ ਸੁੰਭ ਬੱਧੇ ਨਾਮ ਸਪਤਮੋਂ ਅਧਿਆਏ ਸੰਪੂਰਨ। ਸੋ ਇਹ ਮਾਰਕੰਡੇ ਪੁਰਾਣ ਦੇ ਅਧਿਆਏ ਹਨ ਜਿਨ੍ਹਾਂ ਨੂੰ ਸੰਪੂਰਨ ਕਰ ਰਿਹਾ ਇੱਥੇ। ਉਹਨਾਂ ਦੀ ਜੋ ਕਥਾ ਉਹਨਾਂ ਵਿੱਚ ਹੈ ਚੰਡੀ ਦੀ, ਦੁਰਗਾ ਦੀ, ਉਸ ਨੂੰ ਇੱਥੇ ਉਹ ਬਿਆਨ ਕਰ ਰਿਹਾ ਚੰਡੀ ਚਿੱਤਰ ਵਿੱਚ। ਤੇ ਸੁੰਭ ਦੇ ਮਰਨ ਤੋਂ ਬਾਅਦ ਉਸਨੇ ਇਹ ਚੈਪਟਰ ਜਿਹੜਾ ਉਸਨੂੰ ਸਮਾਪਤ ਕਰਨ ਦੀ ਸੂਚਨਾ ਨਾਲ ਦੇ ਦਿੱਤੀ ਹੈ। ਇਹੋ ਜਿਹੀਆਂ ਸੂਚਨਾਵਾਂ ਦਾ ਢੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ। 9ਵੇਂ ਸਤਿਗੁਰੂ ਜੀ ਦੀ ਬਾਣੀ ਲੇਟੈਸਟ ਰਚਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੈਲੀ ਦੇ ਮੁਤਾਬਕ। ਕਿਸੇ ਵੀ 35 ਮਹਾਂਪੁਰਸ਼ਾਂ ਦੀ ਬਾਣੀ ਵਿੱਚ, ਰਚਨਾ ਵਿੱਚ ਇਸ ਤਰ੍ਹਾਂ ਦਾ ਕਿਤੇ ਵੀ ਜ਼ਿਕਰ ਨਹੀਂ, ਇਤੀ ਸ਼੍ਰੀ ਤੋਂ ਬਾਅਦ ਕਿਸੇ ਬਾਣੀ ਨੂੰ ਸਮਾਪਤ ਕੀਤਾ ਗਿਆ ਹੋਵੇ, ਕਿਤੇ ਵੀ ਨਹੀਂ। ਇਹ ਜੋ ਢੰਗ ਤਰੀਕਾ ਹੈ ਇਹ ਹਿੰਦੂ ਮਤ ਦੇ ਜੋ ਗ੍ਰੰਥ ਹਨ ਉਹਨਾਂ ਦਾ ਇਹ ਢੰਗ ਤਰੀਕਾ ਲਿਖਣ ਦਾ ਹੈ। ਇਹ ਸਿੱਖ ਸੱਭਿਆਚਾਰ ਦਾ ਇਹ ਅੰਗ ਨਹੀਂ। ਸਿੱਖ ਸੱਭਿਆਚਾਰ ਦੇ ਵਿੱਚ ਅਜਿਹਾ ਲਿਖਣ ਦਾ ਰਿਵਾਜ਼ ਨਹੀਂ ਹੈ। ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਪਾਤਸ਼ਾਹ ਜੋਤੀ ਮੌਜੂਦ ਹਨ, ਇਹਨਾਂ ਵਿੱਚ ਇਹ ਸਟਾਈਲ ਨਹੀਂ ਹੈ ਜਿਹੜਾ ਇੱਥੇ ਇਸਨੇ ਹਿੰਦੂ ਮਤ ਦੇ ਗ੍ਰੰਥਾਂ ਦਾ ਵਰਤਿਆ ਹੈ ਕਵੀ। ਛੰਦ ਨੰਬਰ 225, ਜਿਹੜੇ ਦੈਂਤਾਂ ਤੋਂ ਇੰਦਰ ਡਰ ਕੇ ਦੌੜਿਆ, ਜਿਹੜੇ ਦੈਂਤਾਂ ਨੂੰ ਦੇਖ ਕੇ ਬ੍ਰਹਮਾ ਕੰਬ ਗਿਆ, ਪਰ ਦੇਵੀ
ਤੇ ਚੰਡੀ ਦੇਵੀ ਤੇ ਕਾਲਕਾ ਨੇ ਨਿਡਰ ਹੋ ਕੇ ਸਾਰੇ ਦੈਂਤ ਮਾਰ ਦਿੱਤੇ। ਕਵੀ ਕਹਿੰਦਾ ਹੈ ਕਿ 2 ਪਹਿਰਾਂ ਵਿੱਚ ਹੀ ਜਿਹੜੇ ਦੈਂਤ ਮਾਰੇ ਗਏ ਸਨ, ਜਿਨ੍ਹਾਂ ਦਾ ਖੂਨ ਡੁੱਲਿਆ, ਜਿਨ੍ਹਾਂ ਦੀਆਂ ਲਾਸ਼ਾਂ ਉੱਪਰ ਲਾਸ਼ਾਂ ਚੜ੍ਹ ਗਈਆਂ, ਕਿੰਨੇ ਜੰਗ ਹੋਏ, ਕਿੰਨੇ ਦੈਂਤ ਆਏ, ਕਿੰਨੇ 50 ਪਦਮ ਫੌਜ ਪਹਿਲਾਂ ਲਿਖੀ ਸੀ ਇਸ ਨੇ ਆਈ, ਤੇ ਪਤਾ ਨਹੀਂ ਉੱਥੇ ਕਿੰਨੇ ਉੱਚੇ ਲੋਥਾਂ ਦੇ ਢੇਰ ਲੱਗ ਗਏ ਹੋਣਗੇ, ਇੰਨੇ ਦੈਂਤ ਮਾਰੇ ਗਏ। ਕੋਈ ਵਿੱਚ ਤੁਰਨ ਦਾ ਕਿਤੇ ਜਗ੍ਹਾ ਵੀ ਨਹੀਂ ਬਚੀ ਹੋਣੀ ਕਿਤੇ। ਸੋ ਇੰਨੀਆਂ ਫੌਜਾਂ ਮਾਰੀਆਂ ਗਈਆਂ, ਸਾਰਾ ਜੋ ਸਥਾਨ ਸੀ ਉਹ ਭਰ ਗਿਆ। ਤਾਂ ਕਵੀ ਕਹਿੰਦਾ 2 ਪਹਿਰਾਂ ਵਿੱਚ ਹੀ ਗਿਰਜਾਂ ਆਦਿਕਾਂ ਨੇ ਸਾਰੇ ਮਾਸ ਖਾ ਲਿਆ, ਤੇ ਮਾਸ ਖਾ ਕੇ ਪੱਧਰਾ ਕਰਕੇ ਮੈਦਾਨ ਤੇ ਜੰਗਲ ਨੂੰ ਚਲੇ ਗਈਆਂ। ਸਿਰਫ 2 ਪਹਿਰਾਂ ਵਿੱਚ। ਇੱਕ ਪਹਿਰ ਜਿਹੜਾ ਹੈ ਇਹ 3 ਘੰਟੇ ਦਾ ਹੁੰਦਾ, 2 ਪਹਿਰ ਬਾਬਾ 6 ਘੰਟਿਆਂ ਵਿੱਚ ਹੀ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਦੀ ਫੌਜ ਜਿਹੜੀ ਸੀ, ਪਦਮਾਂ ਤੱਕ ਫੌਜ ਜਾਂਦੀ ਸੀ। ਇੰਨੀ ਫੌਜ ਦੀਆਂ ਜੋ ਲਾਸ਼ਾਂ ਸਨ ਉਹਨਾਂ ਨੂੰ ਖਾ ਲਿਆ, ਅਤੇ ਖਾ ਪੀ ਕੇ ਸਾਰਾ ਕੁਝ ਪੱਧਰਾ ਕਰਕੇ ਤੋ ਜੰਗਲ ਨੂੰ ਚਲੇ ਗਈਆਂ। ਇਹ ਕਵੀ ਲਿਖਦਾ 225 ਨੰਬਰ ਛੰਦ ਵਿੱਚ। ਇੱਕ ਹੋਰ ਬੜੀ ਜ਼ਰੂਰੀ ਗੱਲ ਇੱਥੇ ਵਿਚਾਰਨ ਵਾਲੀ ਹੈ, ਉਹ ਇਸ ਪੰਕਤੀ ਵਿੱਚ ਹੈ। ਸੰਤ ਸਹਾਈ ਸਦਾ ਜਗ ਮਾਈ, ਸੋ ਸੁੰਭਨ ਸੁੰਭ ਵੱਡੇ ਅਰੀ ਜੀਤੇ। ਇੱਥੇ ਇੱਕ ਪੰਕਤੀ ਕਵੀ ਨੇ 225 ਨੰਬਰ ਛੰਦ ਵਿੱਚ ਦਰਜ ਕੀਤੀ ਹੈ। ਕਹਿੰਦਾ ਸੰਤ ਸਹਾਈ ਸਦਾ ਜਗ ਮਾਈ। ਜਗ ਮਾਈ ਸੰਤਾਂ ਦੀ ਸਦਾ ਸਹਾਇਤਾ ਕਰਦੀ ਹੈ। ਦੇਵਤਿਆਂ ਨੂੰ ਕਵੀ ਨੇ ਸੰਤ ਕਿਹਾ ਹੈ ਕਿ ਸੰਤਾਂ ਦੀ ਰੱਖਿਆ ਕਰਨ ਵਾਸਤੇ ਦੇਵੀ ਨੇ ਇਸ ਤਰ੍ਹਾਂ ਆਪਣਾ ਵੱਖ-ਵੱਖ ਰੂਪ ਧਾਰਿਆ। ਦੇਵੀ ਨੇ ਸੰਤਾਂ ਦੀ ਸਹਾਇਤਾ ਕੀਤੀ ਤੇ ਦੈਂਤਾਂ ਨੂੰ, ਦੁਸ਼ਟਾਂ ਨੂੰ ਮਾਰਿਆ। ਦੁਸ਼ਟਾਂ ਨੂੰ ਮਾਰਨ ਲਈ ਤੇ ਸੰਤਾਂ ਦੀ ਰੱਖਿਆ ਕਰਨ ਵਾਸਤੇ ਇਹ ਜਗ ਮਾਈ ਇਹ ਕੰਮ ਕਰਦੀ ਹੈ। ਸੰਤ ਸਹਾਈ ਸਦਾ ਜਗ ਮਾਈ, ਸੋ ਸੁੰਭਨ ਸੁੰਭ ਵੱਡੇ ਅਰ ਜੀਤੇ। ਸੋ ਇਸ ਨੇ ਸੁੰਭ ਤੇ ਸੁੰਭ ਵੱਡੇ ਦੁਸ਼ਮਣ ਸਨ ਜਿਹੜੇ, ਉਹ ਵੀ ਇਸ ਨੇ ਜਿੱਤ ਲਏ। ਖਿਆਲ ਕਰਨਾ, ਇਹ ਜੋ ਪੰਕਤੀ ਹੈ ਇਸ ਦਾ ਅੱਧਾ ਭਾਗ ਇੱਕ ਹੋਰ ਇਸ ਤਰ੍ਹਾਂ ਦੀ ਰਚਨਾ ਵਿੱਚ ਆਉਂਦਾ ਹੈ, ਜਿਸ ਰਚਨਾ ਤੇ ਵਿਚਾਰ ਪਹਿਲਾਂ ਹੋ ਚੁੱਕੀ ਹੈ। ਸੰਤ ਸਹਾਈ ਸਦਾ ਜਗ ਮਾਏ, ਕਿਰਪਾ ਕਰ ਸ਼ਿਆਮ ਇਹ ਵਰ ਦੀਜੈ। ਉਸ ਵਿੱਚ ਵੀ ਇਸ ਪੰਕਤੀ ਦਾ ਅੱਧਾ ਭਾਗ ਆਉਂਦਾ ਹੈ। ਸੋ ਇੱਥੇ ਜਗ ਮਾਈ ਸ਼ਬਦ ਜਿਹੜਾ ਹੈ, ਇਸ ਨੂੰ ਬਹੁਤ ਸਾਰੇ ਸਿੱਖ ਰਾਗੀ ਜਥੇ, ਕੀਰਤਨ ਜਥੇ ਇਸ ਤਰ੍ਹਾਂ ਕਰਕੇ ਪੜ੍ਹ ਕੇ ਗਾ ਰਹੇ ਹਨ। ਉਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿ ਜਗ ਮਾਈ ਕੋਲੋਂ ਕੋਈ ਵਰ ਮੰਗ ਰਿਹਾ ਹੈ। ਜਗ ਮਾਈ ਜੋ ਸ਼ਿਵਾ ਹੈ, ਜੋ ਦੁਰਗਾ ਹੈ, ਇਹਦੇ ਕੋਲੋਂ ਵਰ ਮੰਗ ਰਿਹਾ। ਉਹ ਵੀ ਕੌਣ ਮੰਗ ਰਿਹਾ ਹੈ? ਜਿਸ ਭੁਲੇਖੇ ਨਾਲ ਇਸ ਰਚਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਜੋੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਵਰ ਮੰਗਦਾ ਦਿਖਾਲ ਰਹੇ ਹਨ ਕਿ ਜਗ ਮਾਈ ਕੋਲੋਂ ਗੁਰੂ ਜੀ ਵਰ ਮੰਗ ਰਹੇ ਹਨ। ਇਹ ਬੜੀ ਹੈਰਾਨੀ ਦੀ ਗੱਲ ਹੈ। ਸੰਤ ਸਹਾਈ ਸਦਾ ਜਗ ਮਾਈ, ਕਿਰਪਾ ਕਰ ਸ਼ਿਆਮ। ਵਰ ਤਾਂ ਮੰਗ ਰਿਹਾ ਸ਼ਿਆਮ। ਇਹ ਰਚਨਾ ਸ਼ਿਆਮ ਦੀ ਹੈ, ਕਵੀ ਦੀ ਹੈ, ਪਰ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿਉਂ ਪੜ੍ਹੀ ਜਾਂਦੀ ਹੈ, ਧਾਰਮਿਕ ਸਥਾਨਾਂ 'ਤੇ ਕਿਉਂ ਪੜ੍ਹੀ ਜਾਂਦੀ ਹੈ, ਇਹ ਗੱਲ ਵਿਚਾਰਨ ਵਾਲੀ ਹੈ। ਕੀ ਲੋੜ ਹੈ ਇਸ ਨੂੰ ਪੜ੍ਹਨ ਦੀ? ਕਵੀ ਸ਼ਿਆਮ ਦੁਰਗਾ ਕੋਲੋਂ ਵਰ ਮੰਗ ਰਿਹਾ। ਸਿੱਖ ਕਦੀ ਕਿਸੇ ਦੇਵੀ ਦੇਵਤੇ ਕੋਲੋਂ ਵਰ ਨਹੀਂ ਮੰਗ ਸਕਦਾ, ਅਤੇ ਇਹ ਸਿੱਖ ਸੱਭਿਆਚਾਰ ਦੀ ਕੋਈ ਗੱਲ ਨਹੀਂ ਹੈ ਕਿ ਇਸ ਤਰ੍ਹਾਂ ਦੀ ਕੋਈ ਰਚਨਾ ਜਿਹੜੀ ਹੈ ਜਿਸ ਵਿੱਚ ਦੇਵੀ ਦੇਵਤੇ ਕੋਈ ਵਰ ਮੰਗਿਆ ਗਿਆ ਹੋਵੇ ਉਹ ਕਿ ਪੜ੍ਹੀ ਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁਤ ਹੈ ਪੜ੍ਹਨ ਵਾਸਤੇ। ਖੈਰ, ਸੋ ਜਗਮਾਈ ਸ਼ਬਦ ਜੋ ਹੈ ਕਲੀਅਰ ਲਿਖਿਆ ਹੈ ਇੱਥੇ 225 ਨੰਬਰ ਛੰਦ ਵਿੱਚ, ਇਹ ਜਗ ਮਾਹੇ ਨੇ। ਹੁਣ ਧੱਕੇ ਨਾਲ ਕੋਈ ਇਸ ਨੂੰ ਸੰਤ ਸਹਾਈ ਸਦਾ ਜਗ ਮਾਹੇ ਵੀ ਪੜ੍ਹੀ ਜਾਂਦੇ ਹਨ, ਧੱਕੇ ਨਾਲ ਮਾਈ ਦਾ ਮਾਹੇ ਬਣਾਈ ਜਾਂਦੇ ਹਨ ਕਿ ਜੱਗ ਵਿੱਚ ਸੰਤਾਂ ਦੀ ਸਹਾਇਤਾ ਕਰਦੇ ਹੋ। ਕੌਣ ਕਰਦਾ ਹੈ ਸਹਾਇਤਾ? ਸੂਰਜ ਦੇਵਤਾ, ਚੰਦਰ ਦੇਵਤਾ,
ਜਿਨ੍ਹਾਂ ਕੋਲੋਂ ਵਰ ਮੰਗਿਆ ਗਿਆ, ਹੇ ਰਵੀ ਸ਼ਸ਼ੀ ਵਾਲਾ। ਸੋ ਇਹ ਵਿਚਾਰ ਪਹਿਲਾਂ ਆਪਾਂ ਕਰ ਚੁੱਕੇ ਹਾਂ। ਇਹ ਸਿਰਫ ਇਹ ਰੈਫਰੈਂਸ ਦੀ ਦੇਣੀ ਇਸ ਸੰਬੰਧ ਵਿੱਚ ਕਿ ਇੱਥੇ ਵੀ ਜਗ ਮਾਈ ਸ਼ਬਦ ਜਿਹੜਾ ਹੈ ਉਹ ਅੱਧੀ ਪੰਕਤੀ ਵਿੱਚ ਹੂਬ ਹੂ ਉਸੇ ਤਰ੍ਹਾਂ ਲਿਖਿਆ ਹੈ, ਸੰਤ ਸਹਾਈ ਸਦਾ ਜਗ ਮਾਈ। ਸੋ ਜਗ ਮਾਈ ਦਾ ਮਤਲਬ ਹੈ ਮਦਰ ਆਫ ਦਾ ਵਰਲਡ। ਦੇਵੀ ਨੂੰ, ਸ਼ਿਵਾ ਨੂੰ, ਦੁਰਗਾ ਨੂੰ ਕਵੀ ਜਗਤ ਦੀ ਮਾਂ ਕਰਕੇ ਲਿਖ ਰਿਹਾ ਹੈ ਅਤੇ ਜਗਤ ਦੀ ਮਾਂ ਕੋਲੋਂ ਹੀ ਇਹ ਵਰ ਮੰਗ ਰਿਹਾ, ਕਿਉਂਕਿ ਜਗਤ ਦੀ ਮਾਂ ਜੋ ਹੋਈ ਸਾਰੇ ਜਗਤ ਨੂੰ ਪੈਦਾ ਕਰਨ ਵਾਲੀ ਹੈ, ਉਸ ਦੀ ਮਾਂ ਹੈ ਅਤੇ ਉਹਦੇ ਬੱਚੇ ਨੇ ਫਿਰ ਆਪਣੀ ਮਾਂ ਕੋਲੋਂ ਹੀ ਵਰ ਮੰਗਣਾ ਹੋਇਆ ਨਾ। ਇਸ ਕਰਕੇ ਕਵੀ ਨੇ ਸ਼ਿਵਾ ਕੋਲੋਂ ਹੀ ਵਰ ਮੰਗਿਆ, ਜਗਮਾਈ ਕੋਲੋਂ ਹੀ ਵਰ ਮੰਗਿਆ। ਸੋ ਇੱਥੇ ਹੁਣ ਕਿਉਂਕਿ ਦੇਵੀ ਜਿੱਤ ਗਈ ਹੈ, ਸ਼ਿਵਾ ਜਿੱਤ ਗਈ ਹੈ, ਜਿੱਤਣ ਤੋਂ ਬਾਅਦ ਦੀ ਜੋ ਸਥਿਤੀ ਹੈ, ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਜਸ਼ਨ ਮਨਾਏ ਗਏ, ਕਿਸ ਤਰ੍ਹਾਂ ਸ਼ਿਵਾ ਦੇ ਤਿਲਕ ਲਾਇਆ ਗਿਆ, ਇਸ ਬਾਰੇ ਵਿਚਾਰ ਆਪਾਂ ਜੋ ਅਗਾਂਹ ਹੈ ਸੈਸ਼ਨ ਉਹਦੇ ਵਿੱਚ ਕਰਾਂਗੇ। ਸੋ ਹੁਣ ਇੱਥੇ ਸਮਾਪਤੀ ਹੈ। ਸੋ ਜਿੰਨਾ ਵੀ ਬਾਕੀ ਭਾਗ ਰਹਿ ਗਿਆ ਹੈ, ਕਿਉਂਕਿ 233 ਬੰਦ ਹਨ, ਛੰਦ ਹਨ ਇਸ ਰਚਨਾ ਦੇ। ਸੋ ਆਪਾਂ 225 ਤੱਕ ਵਿਚਾਰ ਅੱਜ ਕਰ ਲਈ ਹੈ। ਬਾਕੀ ਜਿਹੜੇ ਬੰਦ ਹਨ ਅਤੇ ਤੱਤ ਨਿਚੋੜ ਕੱਢ ਕੇ ਉਹ ਅਗਲੇ ਵਾਰੀ ਵਿਚਾਰ ਕਰਾਂਗੇ ਕਿ ਸ਼ਿਵਾ ਕਿਸ ਹਸਤੀ ਨੂੰ ਕਿਹਾ ਗਿਆ ਸੀ, ਸ਼ਿਵਾ ਕੌਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।